प्यारे दोस्तों, जिवें कि असी पिछले साल तो कोविड-19 की बीमारी की समस्या नाल जूझ रहे हाँ। इसकी दूसरी जिहड़ी लहर सी वो होर भी भयानक रूप धारण करके साढ़े सामने आ खड़ी हुई है। पर इस दे नाल ही पिछले 2-3 हफ्तियां तो एक नवी बीमारी जिहड़ी कि उन्हां मरीज़ां विच ज़्यादा पाई गई है जिहड़े इस कोविड-19 नाल जां तां अजे जूझ रहे हैं जां उस तो बाद ठीक हो के घर आउण तो बाद इस दे शिकार होए हैं। और ये बीमारी जिहड़ी है वो एक फंगस कारण होने वाली बीमारी है। वैसे तो बहुत किस्मां दी फंगस हुंदी है, पर जिहड़ी फंगस इस कोविड-19 तो बाद दिखाई दे रही है उसका एक खास नाम है जिसनों म्यूकोरमाइकोसिस कहा जाता है। ये बीमारी जिमें कि देश के ਵੱਖ-ਵੱਖ हिस्सों विचों इसके मरीज आने शुरू हो गए हैं। और ये बीमारी इस तो पहला भी उन्हां मरीज़ां विच पाई जाती सी जिन्हां विच प्रतिरोधक शक्ति जिहड़ी है वो घट होंदी सी। पर हुण इस कोविड तो बाद क्योंकि ये बीमारी कारण भी साडी प्रतिरोधक शक्ति घट जाती है, इस करके ये जिहड़ी दुर्लभ बीमारी सी जिहड़े केस बहुत घट दिखाई दिंदे सी उसके केस भी ज़्यादा नज़र आउण लग पे हैं। भावें कि ये बीमारी बड़ी दुर्लभ सी, पर इस बीमारी दे जिहड़ी स्पोर्स सी जिहड़े उल्ली ते स्पोर्स जिहड़े सी वो साडे आले दुआले दे वातावरण विच सानू आम ही मिल जाते सी और मिल जाते हैं। जिवें कि मिट्टी, पौधे, नवीं वालियां थावां, हवा विच ये आम ही पाए जाते हैं। इत्थों तक कि मनुख अते जानवरां विच भी ये जिहड़े स्पोर्स ने इस फंगस के मिल जाते हैं। पर एक जिहड़ी कह सकते हैं कि अच्छी गल यह है कि ये बीमारी जिहड़ी है एक मनुख तो दूजे मनुख नूं नहीं फैलती, पर मनुख जो इसका शिकार हुंदा है उस विच कई बार ये इन्नी घातक हो जाती है कि इस कारण मौत दर जिहड़ी है बहुत वध जाती है। इसे ਲਈ ही देश दे विच ਵੱਖ-ਵੱਖ राज सरकारां ने इस बीमारी नूं एक महामारी घोषित किया है अते इस दे नाल नाल ही इस बीमारी नूं इस श्रेणी विच भी पाया है कि जो कोई सेहत संस्था जां कोई नर्सिंग होम या कोई हॉस्पिटल इस मरीज नूं अगर उसकी नज़र विच आउंदा है तो उसकी जानकारी सेहत विभाग दी नूं देनी जरूरी कर दी गई है। वैसे तो ये जिहड़ी फंगल रोग है इस
ਨੂੰ ਕਈ ਨਾਵਾਂ ਨਾਲ, ਜਿਵੇਂ ਅਸੀਂ ਗੱਲ ਕੀਤੀ ਹੈ, ਕਾਲੀ ਫੰਗਸ, ਪੀਲੀ ਫੰਗਸ, ਸਫੈਦ ਫੰਗਸ ਦੇ ਨਾਮ ਦਿੱਤੇ ਗਏ ਨੇ, ਪਰ ਐਕਚੁਅਲੀ ਇਹ ਜਿਹੜੀ ਹੈ ਇਹ ਇੱਕ ਹੀ ਜਿਹੜਾ ਹੈ ਉੱਲੀ ਦੀ ਕਿਸਮ ਹੈ, ਉਸ ਤੋਂ ਹੀ ਹੁੰਦੀਆਂ ਨੇ। ਇਹ ਹੁੰਦੀ ਕਿਉਂ ਹੈ, ਜਿਸ ਦਾ ਸਵਾਲ ਅਸੀਂ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਇਹ ਕਿਹਾ ਜਾਂਦਾ ਹੈ ਕਿ ਇਹ ਉਹਨਾਂ ਲੋਕਾਂ ਵਿੱਚ ਜ਼ਿਆਦਾ ਵੇਖਣ ਨੂੰ ਮਿਲੀ ਹੈ ਜਿਨ੍ਹਾਂ ਲੋਕਾਂ ਵਿੱਚ ਕਿਸੇ ਕਾਰਨ ਕਰਕੇ ਉਹਨਾਂ ਦੀ ਪ੍ਰਤੀਰੋਧਕ ਸ਼ਕਤੀ ਜਿਹੜੀ ਹੈ ਉਹ ਘਟ ਜਾਂਦੀ ਹੈ। ਖਾਸ ਕਰਕੇ ਇਹ ਦੇ ਮਰੀਜ਼ ਭਾਵੇਂ ਕਿ ਕੋਵਿਡ-19 ਨਾਲ ਵੀ ਪੀੜਤ ਸਨ, ਪਰ ਉਹਨਾਂ ਲੋਕਾਂ ਵਿੱਚ ਜ਼ਿਆਦਾ ਵੇਖੀ ਗਈ ਜਿਹੜੇ ਲੋਕਾਂ ਦੇ ਪਹਿਲਾਂ ਹੀ ਸ਼ੱਕਰ ਰੋਗ ਦੇ ਸ਼ਿਕਾਰ ਸੀ, ਕੈਂਸਰ ਦੇ ਮਰੀਜ਼ ਸੀ, HIV ਏਡਜ਼ ਦੇ ਪੇਸ਼ੈਂਟ ਸੀ, ਔਰ ਕੋਵਿਡ ਕਾਰਨ ਕਰਕੇ ਉਹਨਾਂ ਨੂੰ ਲੰਬੇ ਸਮੇਂ ਲਈ ਜਿਹੜੀ ਹੈ ਉਹ ਸਟੀਰਾਇਡ ਨਾਮ ਦੀ ਦਵਾਈ ਦਿੱਤੀ ਗਈ ਸੀ, ਜਾਂ ਉਹਨਾਂ ਨੂੰ ਕਾਫੀ ਦੇਰ ਤੱਕ ICU ਵਿੱਚ ਰੱਖਿਆ ਗਿਆ ਸੀ। ਸੋ ਇਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਇਹ ਜਿਹੜਾ ਰੋਗ ਹੈ ਉਹ ਜ਼ਿਆਦਾ ਪਾਇਆ ਗਿਆ। ਔਰ ਕਿਉਂਕਿ ਜਿਹੜੀ ਦੂਜੀ ਕੋਵਿਡ-19 ਦੀ ਲਹਿਰ ਚੱਲੀ ਹੈ, ਇਸ ਵਿੱਚ ਮਰੀਜ਼ ਬਹੁਤ ਜ਼ਿਆਦਾ ਨੰਬਰ ਵਿੱਚ ਹੋ ਗਏ ਸੀ, ਕਿਉਂਕਿ ਇਸ ਤਰ੍ਹਾਂ ਜਿਹੜਾ ਇਸ ਦੀ ਮਿਊਟੇਸ਼ਨ ਹੋਈ ਸੀ ਵਾਇਰਸ ਦੀ, ਉਹ ਜਿਹੜੀ ਤੇਜ਼ੀ ਨਾਲ ਫੈਲਣ ਵਾਲੀ ਸੀ ਔਰ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਸੀ। ਸੋ ਇਸ ਕਰਕੇ ਜਿਹੜੇ ਮਰੀਜ਼ਾਂ ਦਾ ਦਾਖਲਾ ਸੀ ਹਸਪਤਾਲਾਂ 'ਚ, ਉਹ ਵੀ ਨੰਬਰ ਵੱਧ ਗਿਆ। ਸੋ ਇਸ ਕਰਕੇ ਇਹਨਾਂ ਮਰੀਜ਼ਾਂ ਦੀ ਗਿਣਤੀ ਵੀ ਜ਼ਿਆਦਾ ਦਿਖਾਈ ਦੇ ਰਹੀ ਹੈ ਜਿਨ੍ਹਾਂ ਦੇ ਵਿੱਚ ਇਹ ਬਿਮਾਰੀ ਨਜ਼ਰ ਆ ਰਹੀ ਹੈ। ਸੋ ਇਹ ਵੀ ਜ਼ਰੂਰੀ ਹੈ ਪਤਾ ਲਗਾਉਣਾ ਕਿ ਇਹ ਬਿਮਾਰੀ ਦੇ ਕਿਸ ਲੱਛਣ ਨੇ, ਤਾਂ ਕਿ ਜਿੰਨੀ ਜਲਦੀ ਇਸ ਬਿਮਾਰੀ ਦਾ ਪਤਾ ਲਗਾਇਆ ਜਾ ਸਕੇ ਉਨਾ ਹੀ ਇਸ ਦਾ ਇਲਾਜ ਸੰਭਵ ਹੋ ਸਕਦਾ ਹੈ ਔਰ ਅਸੀਂ ਜ਼ਿੰਦਗੀ ਨੂੰ ਬਚਾ ਸਕਦੇ ਹਾਂ। ਇਹ ਆਮ ਕਰਕੇ ਜਿਹੜੀ ਉੱਲੀ ਹੈ ਇਹ ਚਮੜੀ ਨੂੰ ਪ੍ਰਭਾਵਿਤ ਕਰਦੀ ਹੈ। ਇਸ ਤੋਂ ਇਲਾਵਾ ਸਾਡੀ ਨੱਕ ਦੇ ਆਲੇ ਦੁਆਲੇ ਸਾਇਨਸਿਸ ਹੁੰਦੇ ਨੇ, ਉਹਨਾਂ ਦੀ ਰੋਗ ਹੋ ਸਕਦਾ ਹੈ। ਔਰ ਉਸ ਦੇ ਨਾਲ ਜਿਹੜੀ ਚਮੜੀ ਹੈ, ਕਈ ਵਾਰ ਉਹਦਾ ਰੰਗ ਬਦਲ ਜਾਂਦਾ ਹੈ। ਇਸ ਦੇ ਨਾਲ ਚਿਹਰੇ 'ਤੇ ਸੋਜਸ਼ ਨਜ਼ਰ ਆਉਂਦੀ ਹੈ। ਇਸ ਤੋਂ ਇਲਾਵਾ ਜਿਹੜੇ ਜ਼ਿਆਦਾ ਨਜ਼ਰ ਆਉਣ ਵਾਲੇ ਲੱਛਣ ਨੇ ਉਹ ਹੈ ਅੱਖ ਅਤੇ ਨੱਕ ਅਤੇ ਚਿਹਰਾ। ਦੰਦਾਂ ਵਿੱਚ ਹਿਲਜੁਲ ਸ਼ੁਰੂ ਹੋ ਜਾਂਦੀ ਹੈ, ਮੂੰਹ ਵਿੱਚ ਜ਼ਖਮ ਹੋ ਜਾਂਦੇ ਹਨ, ਨੱਕ ਅਤੇ ਅੱਖਾਂ ਵਿੱਚੋਂ ਡਿਸਚਾਰਜ ਹੁੰਦਾ ਹੈ, ਤਰਲ ਪਦਾਰਥ ਨਿਕਲਦਾ ਹੈ, ਅਤੇ ਕਈ ਵਾਰ ਇਹ ਬਿਮਾਰੀ ਫੇਫੜਿਆਂ ਤੱਕ ਪਹੁੰਚ ਕੇ ਜਿੱਥੇ ਨੁਕਸਾਨ ਕਰਦੀ ਹੈ, ਉੱਥੇ ਜਦੋਂ ਇਹ ਬਿਮਾਰੀ ਸਾਡੇ ਦਿਮਾਗ ਨੂੰ ਤੱਕ ਪਹੁੰਚਦੀ ਹੈ ਤਾਂ ਇਸ ਦੇ ਪ੍ਰਭਾਵ ਹੋਰ ਵੀ ਖਤਰਨਾਕ ਹੋ ਜਾਂਦੇ ਹਨ ਅਤੇ ਮਰੀਜ਼ ਜਿਹੜਾ ਹੈ ਉਹ ਕਈ ਵਾਰ ਜਾਨ ਤੋਂ ਹੱਥ ਵੀ ਧੋ ਬੈਠਦਾ ਹੈ। ਇਸ ਲਈ ਇਹ ਦਿਮਾਗ ਤੱਕ ਨਾ ਫੈਲੇ, ਕਈ ਵਾਰ ਡਾਕਟਰ ਅੱਖ ਦੇ ਆਪਰੇਸ਼ਨ ਵੀ ਕਰ ਦਿੰਦੇ ਹਨ ਜਾਂ ਅੱਖ ਨੂੰ ਕਈ ਵਾਰ ਰਿਮੂਵ ਵੀ ਕਰ ਦਿੰਦੇ ਹਨ ਤਾਂ ਕਿ ਉਹ ਜਿਹੜੀ ਬਿਮਾਰੀ ਹੈ ਦਿਮਾਗ ਤੱਕ ਨਾ ਪਹੁੰਚੇ। ਸੋ ਇਸ ਕਰਕੇ ਜਿੱਥੇ ਇਹ ਮੌਤ ਦਾ ਕਾਰਨ ਬਣਦੀ ਹੈ, ਉੱਥੇ ਇੱਕ ਚਿਹਰੇ ਦੀ ਸਮੇਂ ਜੇ ਬਚ ਵੀ ਜਾਂਦਾ ਮਰੀਜ਼ ਤਾਂ ਉਹਦੇ ਚਿਹਰੇ ਦੀ ਜਿਹੜੀ ਡਿਸਫਿਗਰਮੈਂਟ ਹੋ ਜਾਂਦੀ ਹੈ, ਉਹਦਾ ਚਿਹਰਾ ਖਰਾਬ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਜਿਹੜੀ ਬਿਮਾਰੀ ਦਾ ਪਤਾ ਅਸੀਂ ਲਗਾ ਸਕਦੇ ਹਾਂ ਜੇਕਰ ਸਾਨੂੰ ਇਸ ਤਰ੍ਹਾਂ ਦੇ ਲੱਛਣ ਦਿਖਾਈ ਦੇ ਰਹੇ ਨੇ। ਸੋ ਜਿੰਨੀ ਜਲਦੀ ਇਸ ਬਿਮਾਰੀ ਦੇ ਲੱਛਣਾਂ ਦੇ ਆਧਾਰ 'ਤੇ ਅਸੀਂ ਪਤਾ ਲਗਾ ਲਵਾਂਗੇ, ਓਨਾ ਹੀ ਅਸੀਂ ਇਸ ਬਿਮਾਰੀ ਨੂੰ ਭਿਆਨਕ ਰੂਪ ਹੋਣ ਤੋਂ ਰੋਕ ਲਵਾਂਗੇ। ਅਦਰਵਾਈਜ਼
ਇਹ ਭਿਆਨਕ ਰੂਪ ਧਾਰਨ ਕਰ ਜਾਏਗੀ ਬਿਮਾਰੀ ਔਰ ਇਹਦੇ ਨਾਲ ਮੌਤ ਦੀ ਸੰਭਾਵਨਾ ਵੀ ਵੱਧ ਜਾਵੇਗੀ। ਸੋ ਜਦੋਂ ਵੀ ਸਾਨੂੰ ਇਹਨਾਂ ਲੱਛਣਾਂ ਦੇ ਆਧਾਰ 'ਤੇ ਸ਼ੱਕ ਪੈਂਦਾ ਹੈ ਜਾਂ ਸਾਨੂੰ ਪੱਕਾ ਪਤਾ ਲੱਗ ਜਾਂਦਾ ਹੈ ਕਿ ਇਹ ਜਿਹੜੀ ਹੈ ਇਸ ਕਾਲੀ ਜਿਹੜੀ ਫੰਗਸ ਹੈ ਉਹ ਹੀ ਹੈ, ਤਾਂ ਸਾਨੂੰ ਇਸ ਦਾ ਇਲਾਜ ਜਲਦੀ ਤੋਂ ਜਲਦੀ ਡਾਕਟਰੀ ਸਹਾਇਤਾ ਨਾਲ ਕਰਾਉਣਾ ਚਾਹੀਦਾ ਹੈ। ਬਚਾਓ ਲਈ ਬਹੁਤ ਜ਼ਰੂਰੀ ਨੇ, ਕਿਉਂਕਿ ਜਿਹੜਾ ਇਹ ਆਪਣਾ ਉੱਲੀ ਹੈ ਇਹ ਸਾਡੇ ਘਰੇਲੂ ਮਾਹੌਲ ਦੇ ਵਿੱਚ ਵੀ ਪਲਦੀ ਹੈ। ਜਿਵੇਂ ਅਸੀਂ ਕਿਹਾ ਕਿ ਮਿੱਟੀ ਵਿੱਚ, ਪਾਣੀ ਵਿੱਚ, ਨਮੀ ਵਾਲੀ ਥਾਂ 'ਤੇ, ਜਾਂ ਸਾਡੇ ਜਿਹੜਾ ਕੁਛ ਅਸੀਂ ਘਰਾਂ 'ਚ ਰੱਖਦੇ ਹਾਂ ਉਹਦੇ 'ਚ ਜਿਹੜਾ ਗਿੱਲਾ ਕੂੜਾ ਹੁੰਦਾ ਉਹਦੇ 'ਚ ਵੀ ਇਹ ਪਲਦਾ। ਸੋ ਸਭ ਤੋਂ ਜ਼ਰੂਰੀ ਹੈ ਕਿ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਇਹ ਜਿਹੜਾ ਕੁਛ ਦਵਾਈਆਂ ਜਿਹੜੀਆਂ ਨੇ ਸਟੀਰਾਇਡ ਜਿਹੜੇ ਨੇ ਉਹ ਜਦੋਂ ਅਨਿਯਮਿਤ ਤੌਰ 'ਤੇ ਲਏ ਜਾਂਦੇ ਹਨ, ਇਰੈਗੂਲਰ ਬੇਸ 'ਤੇ ਲਏ ਜਾਂਦੇ ਹਨ, ਉਸ ਤਰ੍ਹਾਂ ਲਏ ਜਾਂਦੇ ਹਨ ਜਿਸ ਤਰ੍ਹਾਂ ਉਹਨਾਂ ਨੂੰ ਲੈਣਾ ਜ਼ਰੂਰੀ ਹੁੰਦਾ ਹੈ, ਉਸ ਤਰ੍ਹਾਂ ਨਹੀਂ ਲਏ ਜਾਂਦੇ ਤਾਂ ਇਹ ਸਮੱਸਿਆ ਪੈਦਾ ਹੁੰਦੀ ਹੈ। ਸੋ ਪਹਿਲੀ ਤਾਂ ਗੱਲ ਹੈ ਕਿ ਡਾਕਟਰੀ ਸਲਾਹ ਤੋਂ ਬਗੈਰ ਕੋਈ ਵੀ ਦਵਾਈ ਕੋਵਿਡ-19 ਦੇ ਦਰਮਿਆਨ ਨਾ ਲਈ ਜਾਵੇ, ਬਿਮਾਰੀ ਦੇ ਦੌਰਾਨ ਨਾ ਲਈ ਜਾਵੇ, ਚਾਹੇ ਉਹ ਘਰੇਲੂ ਕਾਂਤਵਾਸ ਹੋਵੇ ਚਾਹੇ ਕਿਸੇ ਤਰ੍ਹਾਂ ਵੀ ਹੋਵੇ। ਸੋ ਕੋਸ਼ਿਸ਼ ਕਰੋ ਕਿ ਡਾਕਟਰ ਦੀ ਸਲਾਹ ਤੋਂ ਬਿਨਾਂ ਇਹ ਦਵਾਈ ਨਾ ਲਈ ਜਾਵੇ। ਦੂਸਰਾ, ਸਫਾਈ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਚਿਹਰੇ ਨੂੰ ਵਾਰ-ਵਾਰ ਧੋਣਾ ਚਾਹੀਦਾ ਹੈ, ਮੂੰਹ ਅਤੇ ਨੱਕ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ, ਮਾਸਕ ਜਿਹੜਾ ਉਹਨੂੰ ਬਦਲਦੇ ਰਹਿਣਾ ਚਾਹੀਦਾ ਹੈ, ਕਿਉਂਕਿ ਮਾਸਕ ਅਗਰ ਜ਼ਿਆਦਾ ਦੇਰ ਰਹਿੰਦਾ ਹੈ, ਗੰਦਾ ਰਹਿੰਦਾ ਤਾਂ ਉਸ ਵਿੱਚ ਸੰਭਾਵਨਾ ਵੱਧ ਜਾਂਦੀ ਹੈ। ਸੋ ਕੋਸ਼ਿਸ਼ ਕੀਤੀ ਜਾਵੇ, ਕਿਉਂਕਿ ਮਾਸਕ ਅਗਰ ਕੋਈ ਖਾਂਸੀ ਹੋ ਰਹੀ ਹੈ ਤਾਂ ਉਹਦੇ ਨਾਲ ਵੀ ਗਿੱਲਾ ਹੋਣ ਕਰਕੇ ਉਹਦੀ ਸੰਭਾਵਨਾ ਵੱਧ ਜਾਂਦੀ ਹੈ। ਸੋ ਮਾਸਕ ਤੋਂ ਕਰੇ, ਕਿਉਂਕਿ ਇਹ ਜਿਹੜੀ ਉੱਲੀ ਹੈ ਜਦੋਂ ਇਹ ਹਰ ਜਗ੍ਹਾ 'ਤੇ ਸਰਵ ਵਿਆਪਕ ਹੈ ਤਾਂ ਪਤਾ ਨਹੀਂ ਇਸ ਦੇ ਜਿਹੜੇ ਸਪੋਰਸ ਨੇ ਕਿੱਥੋਂ ਸਾਨੂੰ ਮਿਲ ਜਾਣ। ਔਰ ਕਿਉਂਕਿ ਜਿਹੜਾ ਮਨੁੱਖ ਤਾਂ ਪ੍ਰਤੀਰੋਧਕ ਸ਼ਕਤੀ ਜਿਹੜਾ ਅੱਛੀ ਹੁੰਦੀ ਹੈ ਉਹਨਾਂ 'ਤੇ ਇਸ ਦਾ ਕੋਈ ਜ਼ਿਆਦਾ ਪ੍ਰਭਾਵ ਨਹੀਂ ਹੁੰਦਾ, ਪਰ ਜਿਹੜੇ ਲੋਕ ਘੱਟ ਪ੍ਰਤੀਰੋਧਕ ਸ਼ਕਤੀ ਨਾਲ ਹੁੰਦੇ ਨੇ, ਖਾਸ ਕਰਕੇ ਜਿਹੜੇ ਕੋਵਿਡ ਦੇ ਮਰੀਜ਼ ਹੁੰਦੇ ਨੇ, ਉਹਨਾਂ ਵਿੱਚ ਇਸ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਦੂਸਰਾ ਇਹ ਕਿ ਇਹ ਜਿਹੜੀ ਖੁਰਾਕ ਹੈ ਉਹ ਅੱਛੀ ਹੋਣੀ ਚਾਹੀਦੀ ਹੈ ਜਿਹਦੇ 'ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਵੇ। ਘਰ ਵਿੱਚ ਜੇ ਮਰੀਜ਼ ਕੋਵਿਡ ਦਾ ਘਰੇਲੂ ਇਕਾਂਤਵਾਸ ਵਿੱਚ ਵੀ ਹੈ ਤਾਂ ਉਸ ਨੂੰ ਕੰਟੈਕਟ ਵਿੱਚ ਜਿਹੜੇ ਨੇ ਇਹੋ ਜਿਹੇ ਜਿਹੜੇ ਕੂੜਾ ਜਾਂ ਜਿੱਥੇ ਵੀ ਉਹ ਚੀਜ਼ ਰੱਖਦਾ ਹੈ, ਉਹ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹਦੇ ਮਤਲਬ ਉਸ ਬਿਮਾਰੀ ਦੌਰਾਨ ਜਿਹੜੀਆਂ ਉਹ ਚੀਜ਼ਾਂ ਨੂੰ ਵਰਤ ਰਿਹਾ ਔਰ ਗਿੱਲੀਆਂ ਨੇ, ਅਤੇ ਉਹਨਾਂ ਨੂੰ ਉੱਥੋਂ ਨਿਪਟਾਰਾ ਜਿੰਨੀ ਜਲਦੀ ਹੋ ਸਕੇ ਕੀਤਾ ਜਾਵੇ। ਔਰ ਇਸ ਤੋਂ ਵੀ ਸਭ ਤੋਂ ਜ਼ਰੂਰੀ ਹੈਗਾ ਕਿ ਟੀਕਾਕਰਨ ਕਰਵਾਇਆ ਜਾਵੇ, ਕਿਉਂਕਿ ਟੀਕਾਕਰਨ ਦਾ ਨਾਲ ਕੀ ਹੋਏਗਾ ਕਿ ਕੋਵਿਡ ਤੋਂ ਬਚਾਅ ਹੋਏਗਾ। ਅਗਰ ਕੋਵਿਡ ਤੋਂ ਬਚਾਅ ਹੋਏਗਾ ਤਾਂ ਜਿਹੜੀਆਂ ਬਿਮਾਰੀਆਂ ਦੂਜੀਆਂ ਨੇ ਉਹਨਾਂ ਕਰਕੇ ਵੀ ਜਿਹੜੀ ਪ੍ਰੋਬਲਮ ਹੈ ਉਹ ਉਸ ਪੱਧਰ ਤੱਕ ਨਹੀਂ ਹੋਵੇਗੀ ਜਿਹੜੀਆਂ ਗੰਭੀਰ ਬਿਮਾਰੀਆਂ ਹੁੰਦੀਆਂ ਨੇ। ਅਤੇ ਇਸ ਕਰਕੇ ਅਸੀਂ ਇਸ ਜਿਹੜੀ ਹੈ ਕਾਲੀ ਫੰਗਸ, ਔਰ ਜਿਸ ਨੂੰ ਹੋਰ ਵੀ ਕਈ ਨਾਂ ਦਿੱਤੇ ਜਾਂਦੇ ਨੇ, ਪੀਲੀ ਫੰਗਸ, ਸਫੈਦ ਫੰਗਸ, ਅਸੀਂ ਉਸ ਤੋਂ ਬਚ ਸਕਦੇ ਹਾਂ। ਸੋ ਜ਼ਰੂਰੀ ਹੈ ਕਿ ਕੋਵਿਡ ਤੋਂ ਖੁਦ ਨੂੰ ਬਚਾਈਏ ਔਰ ਫੰਗਸ ਤੋਂ ਛੁਟਕਾਰਾ ਪਾਈਏ, ਕਿਉਂਕਿ ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਕੋਵਿਡ-19 ਨਾਲ ਜਿਹੜੀ ਇਸ ਬਿਮਾਰੀ ਕਾਰਨ ਸਾਡੀ ਪ੍ਰਤੀਰੋਧਕ ਸ਼ਕਤੀ ਘੱਟ ਜਾਂਦੀ ਹੈ, ਅਤੇ ਇਹ ਜਿਹੜੀ ਬਿਮਾਰੀ ਹੈ ਇਹ ਮੌਕਾ ਪ੍ਰਸਤ ਬਿਮਾਰੀ ਹੈ ਕਿ ਇਹਨੂੰ ਮੌਕਾ ਮਿਲ ਜਾਂਦਾ ਜਦੋਂ ਸਾਡੀ ਪ੍ਰਤੀਰੋਧਕ ਸ਼ਕਤੀ ਘਟੀ ਹੁੰਦੀ ਹੈ, ਇਹਨੂੰ ਮੌਕਾ ਮਿਲ ਜਾਂਦਾ ਅਤੇ ਇਹ ਸਾਡੇ 'ਤੇ ਭਾਰੂ ਹੋ ਜਾਂਦੀ ਹੈ। ਸੋ ਜੇ ਅਸੀਂ ਕੋਵਿਡ ਦੀ ਬਿਮਾਰੀ ਤੋਂ ਬਚ ਜਾਵਾਂਗੇ ਤਾਂ ਇਸ ਫੰਗਸ ਤੋਂ ਵੀ ਛੁਟਕਾਰਾ ਪਾ ਲਵਾਂਗੇ। ਪਰ ਇਸ ਤੋਂ ਹੋਰ ਵੀ ਜ਼ਰੂਰੀ ਹੈ ਕਿ ਭਵਿੱਖ ਵਿੱਚ ਵੀ ਉਹ ਮਰੀਜ਼ ਜਿਹੜੇ HIV ਨਾਲ ਪੀੜਤ ਨੇ, ਉਹ ਮਰੀਜ਼ ਜਿਹੜੇ ਡਾਇਬਟਿਕ ਨੇ, ਉਹ ਮਰੀਜ਼ ਜਿਹੜੇ ਕਿਸੇ ਹੋਰ ਅਜਿਹੀ ਕੈਂਸਰ ਵਰਗੀ ਬਿਮਾਰੀ ਨਾਲ ਜਾਂ ਉਹਦੀ ਦਵਾਈ ਲੈ ਰਹੇ ਨੇ, ਉਹਨਾਂ ਲੋਕਾਂ ਨੂੰ ਵੀ ਖਾਸ ਕਰਕੇ ਪੌਦਿਆਂ ਦੇ ਕੋਲ ਜਾਂ ਪੌਦਿਆਂ ਨੂੰ ਪਾਲਣ ਲਈ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਦੀ ਮਿੱਟੀ ਨੂੰ ਵਰਤਣਾ, ਉਹਦੇ ਹੱਥਾਂ ਨੂੰ ਉਹਨੂੰ ਫੜਨਾ, ਉਸ ਤੋਂ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ, ਕਿਉਂਕਿ ਇਹਦੇ ਜਿਹੜੇ ਸਪੋਰਸ ਨੇ ਉਹ ਸਾਡੇ ਨਹੁੰਆਂ ਦੇ ਵਿੱਚ ਹੋ ਜਾਂਦੇ ਨੇ। ਸੋ ਨਹੁੰ ਕੱਟ ਕੇ ਰੱਖੇ ਜਾਣ ਔਰ ਕੋਸ਼ਿਸ਼ ਕੀਤੀ ਜਾਵੇ ਕਿ ਜਿੰਨੇ ਦਿਨ ਤੱਕ ਤੁਸੀਂ ਉਸ ਸਮੱਸਿਆਵਾਂ ਨਾਲ ਪੀੜਤ ਹੋ ਤਾਂ ਇਹਨਾਂ ਪੌਦਿਆਂ ਦੀ ਜਿਹੜੀ ਸਿਹਤ ਦੀ ਸੰਭਾਲ ਹੈ ਉਸ ਵਿੱਚ ਤੁਸੀਂ ਜ਼ਿਆਦਾ ਧਿਆਨ
ਨਾ ਦਿਓ, ਤਾਂ ਕਿ ਅਸੀਂ ਭਵਿੱਖ ਵਿੱਚ ਜਦੋਂ ਇਹ ਕੋਵਿਡ-19 ਦੀ ਬਿਮਾਰੀ ਦੇ ਨਾਲ ਤਾਂ ਇਹਦੀ ਪ੍ਰੋਬਲਮ ਹੈ, ਪਰ ਕਿਉਂਕਿ ਜਿਹੜੀਆਂ ਹੋਰ ਬਿਮਾਰੀਆਂ ਵੀ ਸਾਡੇ ਬੁਢਾਪੇ ਦੇ ਵਿੱਚ ਆ ਕੇ ਸਾਨੂੰ ਘੇਰਦੀਆਂ ਨੇ, ਉਹਨਾਂ ਨਾਲ ਵੀ ਸਾਡੀ ਜਿਹੜੀ ਹੈ ਇਹ ਜਿਹੜੀ ਪ੍ਰਤੀਰੋਧਕ ਸ਼ਕਤੀ ਜਿਹੜੀ ਉਹ ਘੱਟ ਜਾਂਦੀ ਹੈ। ਅਤੇ ਇਹ ਜਿਹੜੀ ਬਿਮਾਰੀ ਹੈ ਉੱਲੀ ਜਿਹੜੀ ਫੰਗਸ, ਜਿਹੜੀ ਕਿ ਕਾਲੀ ਫੰਗਸ ਹੈ, ਇਹ ਸਾਡੇ 'ਤੇ ਭਾਰੂ ਹੋ ਜਾਂਦੀ ਹੈ ਔਰ ਸਾਡੇ 'ਤੇ ਮੌਕਾ ਲੱਭ ਕੇ ਸਾਨੂੰ ਪ੍ਰਭਾਵਿਤ ਕਰ ਦਿੰਦੀ ਹੈ। ਧੰਨਵਾਦ ਜੀ।